ਹੈਲੋ ਸਟੂਡੈਂਟਸ, ਆਈ ਐਮ ਸੁਖਿੰਦਰ ਕੌਰ ਫਰੋਮ ਡਿਪਾਰਟਮੈਂਟ ਆਫ ਇਕਨੋਮਿਕਸ, GGDST ਕਾਲਜ ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਨੀ ਆ ਐਗਰੀਕਲਚਰਲ ਪ੍ਰੋਡਕਟੀਵਿਟੀ ਦੀ। ਐਗਰੀਕਲਚਰਲ ਪ੍ਰੋਡਕਟੀਵਿਟੀ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ। ਕੀ ਹੈ ਐਗਰੀਕਲਚਰ ਪ੍ਰੋਡਕਟੀਵਿਟੀ, ਕਿਹੜੇ ਫੈਕਟਰਸ ਆ ਜਿਹੜੇ ਇਫੈਕਟ ਕਰਦੇ ਆ ਐਗਰੀਕਲਚਰ ਦੀ ਪ੍ਰੋਡਕਟੀਵਿਟੀ ਨੂੰ, ਅਤੇ ਐਗਰੀਕਲਚਰ ਦੀ ਪ੍ਰੋਡਕਟੀਵਿਟੀ ਦੇ ਵਿੱਚ ਜੇ ਬੈਕਵਰਡਨੈਸ ਹੈਗੀ ਆ, ਜੇ ਉਹਦੇ ਵਿੱਚ ਪਿਛੜਾ ਪੰਨਾ ਤਾਂ ਕਿਉਂ ਆ, ਜਾਂ ਐਗਰੀਕਲਚਰ ਦੀ ਜੇ ਪ੍ਰੋਡਕਟੀਵਿਟੀ ਘੱਟ ਆ ਤਾਂ ਕਿਉਂ ਆ, ਅਤੇ ਉਸ ਤੋਂ ਬਾਅਦ ਇਸ ਪ੍ਰੋਡਕਟੀਵਿਟੀ ਨੂੰ, ਇਸ ਉਤਪਾਦਕਤਾ ਨੂੰ ਵਧਾਉਣ ਦੇ ਲਈ ਜਾਂ ਇਹਦੇ ਵਿੱਚ ਇੰਪਰੂਵਮੈਂਟ ਲਿਆਉਣ ਦੇ ਲਈ ਆਪਾਂ ਕੀ ਕੀ ਕਰ ਸਕਦੇ ਹਾਂ, ਇਹ ਅਸੀਂ ਅੱਜ ਦੇ ਟੌਪਿਕ ਦੇ ਵਿੱਚ ਕਰਾਂਗੇ। ਅਸੀਂ ਲਾਸਟ ਲੈਕਚਰ ਦੇ ਵਿੱਚ ਟੌਪਿਕ ਸ਼ੁਰੂ ਕੀਤਾ ਸੀ ਐਗਰੀਕਲਚਰ ਇੰਪੋਰਟੈਂਸ ਐਂਡ ਪ੍ਰੋਡਕਟੀਵਿਟੀ। ਇੰਪੋਰਟੈਂਸ ਜੋ ਸੀ ਅਸੀਂ ਲਾਸਟ ਲੈਕਚਰ ਦੇ ਵਿੱਚ ਕੀਤੀ ਸੀ। ਅੱਜ ਅਸੀਂ ਕਰਾਂਗੇ ਐਗਰੀਕਲਚਰਲ ਪ੍ਰੋਡਕਟੀਵਿਟੀ ਐਂਡ ਇਹਦੇ ਰਿਲੇਟਡ ਜਿਹੜੇ ਟੌਪਿਕਸ ਹੈਗੇ ਆ। ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਕਿ ਐਗਰੀਕਲਚਰਲ ਪ੍ਰੋਡਕਟੀਵਿਟੀ ਹੁੰਦੀ ਕੀ ਆ। ਖੇਤੀ ਖੇਤਰ ਦਾ ਉਤਪਾਦਨ ਸਿਰਫ ਭੂਮੀ ਦੇ ਖੇਤਰ 'ਤੇ ਨਿਰਭਰ ਨਹੀਂ ਕਰਦਾ, ਸਗੋਂ ਉਹਦੀ ਉਤਪਾਦਕਤਾ 'ਤੇ, ਉਹਦੀ ਪ੍ਰੋਡਕਟੀਵਿਟੀ 'ਤੇ ਨਿਰਭਰ ਵੀ ਕਰਦਾ ਹੈ। ਜੇ ਉਹਦੀ ਪ੍ਰੋਡਕਟੀਵਿਟੀ ਜ਼ਿਆਦਾ ਹੋਏਗੀ ਤਾਂ ਬੇਸ਼ੱਕ ਆਊਟਪੁੱਟ ਜ਼ਿਆਦਾ ਹੋਏਗੀ, ਬੇਸ਼ੱਕ ਤੁਸੀਂ ਜਿਹੜਾ ਏਰੀਆ ਘੱਟ ਵੀ ਯੂਜ਼ ਕਰਦੇ ਹੋਵੋ, ਅਤੇ ਉਸ ਖੇਤੀ ਖੇਤਰ ਤੋਂ ਦੀ ਉਤਪਾਦਕਤਾ ਤੋਂ, ਉਹਦੀ ਪ੍ਰੋਡਕਟੀਵਿਟੀ ਤੋਂ ਭਾਵ ਕੀ ਹੈ ਕਿ ਪ੍ਰਤੀ ਹੈਕਟੇਅਰ, ਪਰ ਹੈਕਟੇਅਰ ਉਹਦੇ ਤੋਂ ਕਿੰਨਾ ਪ੍ਰੋਡਕਸ਼ਨ ਹੁੰਦੀ ਪਈ ਹੈ, ਕਿੰਨਾ ਉਤਪਾਦਨ ਹੁੰਦਾ ਪਿਆ। ਜਿੱਦਾਂ ਕਿ ਕੁਝ ਫਸਲਾਂ ਦੇ ਕੇਸ ਦੇ ਵਿੱਚ ਇੰਡੀਆ ਪਹਿਲੇ ਨੰਬਰ 'ਤੇ ਆ ਉਤਪਾਦਕਤਾ ਦੇ ਮਾਮਲੇ 'ਚ, ਕੁਝ ਫਸਲਾਂ ਦੇ ਦੂਜੇ ਸਥਾਨ 'ਤੇ ਵੀ ਆ ਅਤੇ ਕਿਤੇ ਬਹੁਤ ਘੱਟ ਵੀ ਆ। ਅਤੇ ਵੈਸੇ ਖੇਤੀ ਖੇਤਰ ਦੀ ਉਤਪਾਦਕਤਾ ਜੇ ਅਸੀਂ ਓਵਰਆਲ ਦੇਖਿਆ ਜਾਵੇ ਤਾਂ ਇੰਡੀਆ ਦੀ ਜਿਹੜੀ ਉਤਪਾਦਕਤਾ ਆ, ਇਹ ਪਿਛੜਿਆ ਹੋਇਆ ਹੈ ਇਸ ਮਾਮਲੇ ਦੇ ਵਿੱਚ। ਅਤੇ ਬੇਸ਼ੱਕ ਕਣਕ ਅਤੇ ਚਾਵਲ ਦੇ ਵਿੱਚ ਭਾਰਤ ਦਾ ਜਿਹੜਾ ਉਤਪਾਦਨ ਆ, ਦੂਸਰਾ ਸਭ ਤੋਂ ਵੱਡਾ ਉਤਪਾਦਕ ਦੇਸ਼ ਆ ਉਤਪਾਦਨ ਦੇ ਵਿੱਚ। ਪਰ ਜੇ ਅਸੀਂ ਉਤਪਾਦਕਤਾ ਦੀ ਗੱਲ ਕਰੀਏ ਤਾਂ ਚਾਵਲਾਂ ਦੇ ਕੇਸ 'ਚ 52ਵਾਂ ਆ, ਅਤੇ ਕਣਕ ਦੇ ਲਈ 38ਵਾਂ ਸਥਾਨ ਜਿਹੜਾ ਹੈਗਾ। ਉਤਪਾਦਨ ਚਾਹੇ ਸਾਡਾ ਜ਼ਿਆਦਾ ਹੁੰਦਾ ਪਿਆ, ਮੀਨਜ਼ ਆਪਾਂ ਇੱਕ ਤਰ੍ਹਾਂ ਨਾਲ ਕਹੀਏ ਕਿ ਆਪਾਂ ਏਰੀਆ ਜ਼ਿਆਦਾ ਯੂਜ਼ ਕਰਦੇ ਪਏ ਹਾਂ, ਪਰ ਜੇ ਅਸੀਂ ਪਰ ਹੈਕਟੇਅਰ ਦੇਖੀਏ ਤਾਂ ਸਾਡੀ ਜਿਹੜੀ ਉਤਪਾਦਕਤਾ ਹੈ, ਜਿਹੜੀ ਸਾਡੀ ਪ੍ਰੋਡਕਟੀਵਿਟੀ ਹੈ, ਉਹ ਜ਼ਰੂਰ ਘੱਟ ਹੈਗੀ ਆ। ਅਤੇ ਕਿਹੜੇ ਕਿਹੜੇ ਫੈਕਟਰਸ ਆ ਜਿਹੜੇ ਐਗਰੀਕਲਚਰ ਦੀ ਪ੍ਰੋਡਕਟੀਵਿਟੀ ਨੂੰ ਅਫੈਕਟ ਕਰਦੇ ਆ, ਪ੍ਰਭਾਵਿਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਇਰੀਗੇਸ਼ਨ ਫੈਸਿਲਿਟੀਜ਼। ਜੇ ਇਰੀਗੇਸ਼ਨ ਫੈਸਿਲਿਟੀਜ਼ ਜ਼ਿਆਦਾ ਹੋਣਗੀਆਂ ਤਾਂ ਬਿਨਾਂ ਸ਼ੱਕ ਐਗਰੀਕਲਚਰ ਦੇ ਵਿੱਚ ਜਿਹੜੀ ਪ੍ਰੋਡਕਟੀਵਿਟੀ ਹੈ, ਜਿਹੜੀ ਉਤਪਾਦਕਤਾ ਹੈ, ਉਹ ਜ਼ਿਆਦਾ ਹੋਏਗੀ। ਜੇ ਅਸੀਂ ਗੁੱਡ ਸੀਡ, ਵਧੀਆ ਮਨਿਓਰ, ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਚੰਗੇ ਬੀਜ, ਚੰਗੀਆਂ ਖਾਦਾਂ ਯੂਜ਼ ਕਰਦੇ ਹਾਂ, ਤਾਂ ਉਤਪਾਦਕਤਾ ਜ਼ਿਆਦਾ ਹੁੰਦੀ ਹੈ, ਅਦਰਵਾਈਜ਼ ਘੱਟ ਹੋਏਗੀ। ਐਗਰੀਕਲਚਰ ਦੇ ਵਿੱਚ ਜੇ ਅਸੀਂ ਨਵੀਆਂ ਇਕਵਿਪਮੈਂਟਸ ਲਾਈਕ ਥ੍ਰੈਸ਼ਰਸ, ਟਰੈਕਟਰਸ, ਬਿਜਾਈ ਕਟਾਈ ਦੇ ਲਈ ਜੀ ਮਸ਼ੀਨਾਂ ਯੂਜ਼ ਕਰਦੇ ਪਏ ਹਾਂ, ਤਾਂ ਉਤਪਾਦਕਤਾ ਜ਼ਿਆਦਾ ਹੋਏਗੀ। ਜਿਸ ਤਰ੍ਹਾਂ ਹੁਣ ਵੀ ਤੁਸੀਂ ਦੇਖ ਲਓ ਕਿ ਹੁਣ ਐਗਰੀਕਲਚਰ ਦੇ ਵਿੱਚ ਇਸ ਟਾਈਮ 'ਤੇ ਜੋ ਕਣਕ ਦਾ ਸੀਜ਼ਨ ਚੱਲ ਰਿਹਾ, ਅਸੀਂ ਉਹਦੀ ਕਟਾਈ ਕਰ ਰਹੇ ਹਾਂ, ਅਤੇ ਜੇ ਅਸੀਂ ਮਾਡਰਨ ਟੈਕਨੀਕਸ ਦੀ ਵਰਤੋਂ ਦੇ ਨਾਲ ਕਰਦੇ ਹਾਂ ਤਾਂ ਆਪਾਂ ਬਹੁਤ ਜਲਦੀ ਕਟਾਈ ਕਰ ਲੈਂਦੇ ਹਾਂ, ਅਤੇ ਬਹੁਤ ਜਲਦੀ ਸਾਡੀ ਜਿਹੜੀ ਫਸਲ ਆ ਸਾਂਭੀ ਜਾਂਦੀ ਆ, ਅਤੇ ਸਾਡੀ ਉਤਪਾਦਕਤਾ ਜ਼ਿਆਦਾ ਆ ਜਾਂਦੀ ਹੈ। ਪਰ ਜੇ ਆਪਾਂ ਇਹੀ ਪੁਰਾਣੀਆਂ ਟੈਕਨੀਕਸ ਦੀਆਂ ਵਰਤੋਂ ਕਰੀਏ ਅਤੇ ਉਹ ਦੂਸਰੀ ਸਾਈਡ 'ਤੇ ਮੌਸਮ ਖਰਾਬ ਹੋ ਜਾਏ, ਅਤੇ ਸਾਡੀ ਜਿਹੜੀ ਪ੍ਰੋਡਕਸ਼ਨ ਆ ਉਹ ਖਰਾਬ ਵੀ ਹੋ ਸਕਦੀ ਹੈ। ਅਤੇ ਸਾਇੰਟੀਫਿਕ ਕਲਟੀਵੇਸ਼ਨ, ਜੇ ਅਸੀਂ ਸਾਇੰਟੀਫਿਕ ਤਰੀਕੇ ਦੇ ਨਾਲ ਖੇਤੀ ਕਰਦੇ ਹਾਂ, ਨਵੀਆਂ ਫਸਲਾਂ ਦੀ ਖੇਤੀ ਕਰਦੇ ਹਾਂ, ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕਰੋਪ ਰੋਟੇਟ ਕਰਦੇ ਹਾਂ, ਅਤੇ ਸਾਡੀ ਉਤਪਾਦਕਤਾ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਸੀਲਿੰਗ ਔਨ ਲੈਂਡ ਹੋਲਡਿੰਗ। ਜੇ ਸੀਲਿੰਗ ਹੋ ਜਾਏਗੀ, ਸੀਲਿੰਗ ਦਾ ਮਤਲਬ ਕੀ ਹੈ ਕਿ ਇੱਕ ਪਾਰਟੀਕੂਲਰ ਇੰਡੀਵਿਜੂਅਲ ਦੇ ਕੋਲ ਇਸ ਲਿਮਟ ਤੋਂ ਜ਼ਿਆਦਾ ਦੀ ਜਿਹੜੀ ਪ੍ਰੋਪਰਟੀ ਆ ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜੇ ਤੋਂ ਹੈਗੀ ਆ ਤਾਂ ਉਹ ਵਾਪਸ ਲੈ ਲਈ ਜਾਏਗੀ, ਅਤੇ ਜਿਹੜੀ ਭੂਮੀ ਆ ਫਿਰ ਅਸਲ ਦੇ ਵਿੱਚ ਕਾਸ਼ਤਕਾਰ ਨੂੰ ਦਿੱਤੀ ਜਾਊਗੀ, ਜਿਹੜਾ ਸੱਚੀ ਕੰਮ ਕਰਦਾ ਪਿਆ। ਅਤੇ ਜਿਸ ਤਰ੍ਹਾਂ ਆਪਾਂ ਸੁਣਿਆ ਹੀ ਆ, ਆਪਾਂ ਉਹ ਪ੍ਰੋਵਰਬ ਵੀ ਸੁਣਦੇ ਆ ਕਿ ਖੇਤੀ ਕਸਮਾਂ ਸੇਤੀ, ਕਿ ਖੇਤੀ ਦੇ ਉੱਤੇ ਜੇ ਲੋਕ ਆਪ ਖੇਤੀ ਕਰਦੇ ਆ ਤਾਂ ਉਹਦੀ ਉਤਪਾਦਕਤਾ ਜ਼ਿਆਦਾ ਹੋਏਗੀ, ਕਿਉਂਕਿ ਉਹਦਾ ਜ਼ਿਆਦਾ ਵਧੀਆ ਤਰ੍ਹਾਂ ਧਿਆਨ ਰੱਖਿਆ ਜਾਊਗਾ ਲੈਂਡ ਦਾ, ਉਹਦੀ ਪ੍ਰੋਡਕਟੀਵਿਟੀ ਦੀ ਵੀ ਫਿਕਰ ਕੀਤੀ ਜਾਊਗੀ, ਅਤੇ ਬਿਨਾਂ ਸ਼ੱਕ ਜਿਹੜੀ ਉਹਦੀ ਪ੍ਰੋਡਕਟੀਵਿਟੀ ਉਹ ਜ਼ਿਆਦਾ ਰਹੇਗੀ। ਉਸ ਤੋਂ ਬਾਅਦ ਸੋਇਲ ਕੰਜ਼ਰਵੇਸ਼ਨ। ਜੇ ਅਸੀਂ ਭੂਮੀ ਦੇ ਕਟਾਵ ਨੂੰ ਰੋਕ ਲੈਂਦੇ ਹਾਂ, ਜੰਗਲ ਜ਼ਿਆਦਾ ਲਗਾ ਲੈਂਦੇ ਹਾਂ, ਤਾਂ ਜਿਹੜੀ ਪ੍ਰੋਡਕਟੀਵਿਟੀ ਆ, ਭੂਮੀ ਦਾ ਕਟਾਓ ਰੁਕ ਜਾਏਗਾ, ਅਤੇ ਪ੍ਰੋਡਕਟੀਵਿਟੀ ਜਿਹੜੀ ਉਹ ਜ਼ਿਆਦਾ ਆਏਗੀ। ਅਤੇ ਉਸ ਤੋਂ ਬਾਅਦ ਐਗਰੀਕਲਚਰਲ ਮਾਰਕੀਟਿੰਗ। ਜੇ ਮਾਰਕੀਟਿੰਗ ਪ੍ਰੋਪਰ ਹੁੰਦੀ ਪਈ ਆ ਸਾਡੀ, ਅਤੇ ਬਿਨਾਂ ਸ਼ੱਕ ਫਾਰਮਰ ਨੂੰ ਜੇ ਉਹਦੇ ਪ੍ਰੋਡਕਟ ਦਾ ਸਹੀ ਪ੍ਰਾਈਸ ਮਿਲਦਾ ਪਿਆ, ਉਹਦੀ ਆਊਟਪੁੱਟ ਦਾ ਸਹੀ ਪ੍ਰਾਈਸ ਮਿਲਦਾ ਪਿਆ, ਅਤੇ ਫਾਰਮਰ ਆ ਜਿਹੜਾ ਉਹ ਜ਼ਿਆਦਾ ਵਧੀਆ ਤਰ੍ਹਾਂ ਕੰਮ ਕਰੂਗਾ, ਪ੍ਰੋਡਕਟੀਵਿਟੀ ਦੇ ਵਿੱਚ ਵਾਧਾ ਹੋਏਗਾ। ਜੇ ਨਵੀਂ ਐਜੂਕੇਸ਼ਨ ਅਤੇ ਰਿਸਰਚ ਐਗਰੀਕਲਚਰ ਸੈਕਟਰ ਦੇ ਵਿੱਚ ਆਏਗੀ, ਉਹਦੇ ਨਾਲ ਵੀ ਐਗਰੀਕਲਚਰ 'ਚ ਵਾਧਾ ਹੋਏਗਾ। ਜੇ ਅਸੀਂ ਜਿਹੜੇ ਲਾਈਫ ਸਟਾਕਸ, ਜਿਹੜੇ ਅਸੀਂ ਪਸ਼ੂ ਰੱਖਦੇ ਪਏ ਹਾਂ, ਜੇ ਅਸੀਂ ਉਹਨਾਂ ਦੇ ਵਿੱਚ ਇੰਪਰੂਵਮੈਂਟ, ਉਹਨਾਂ ਦੀ ਬਰੀਡ ਦੇ ਵਿੱਚ ਇੰਪਰੂਵਮੈਂਟ ਕਰ ਦਾਂਗੇ, ਉਹਨਾਂ ਨੂੰ ਪ੍ਰੋਬਲਮਸ ਘੱਟ ਹੋਣ, ਉਹਨਾਂ ਨੂੰ ਬਿਮਾਰੀਆਂ ਘੱਟ ਹੋਣ, ਉਹਨਾਂ ਨੂੰ ਚੰਗਾ ਚਾਰਾ ਮਿਲੇ, ਤਾਂ ਵੀ ਪ੍ਰੋਡਕਟੀਵਿਟੀ ਦੇ ਵਿੱਚ ਵਾਧਾ ਹੋਏਗਾ। ਉਸ ਤੋਂ ਇਲਾਵਾ ਹੋਰ ਫੈਕਟਰਸ ਜਿਹੜੇ ਲਾਈਕ, ਜੇ ਆਪਾਂ ਪ੍ਰੋਪਰ ਦਵਾਈਆਂ ਛਿੜਕਦੇ ਹਾਂ,
ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਫਸਲਾਂ ਦੇ ਬੀਮੇ ਕਰਵਾਉਂਦੇ ਹਾਂ ਅਤੇ ਪ੍ਰੋਪਰ ਕੀਮਤ 'ਤੇ ਉਹਨਾਂ ਨੂੰ ਫਸਲ ਵਿਕਣ ਦਾ ਵਿਸ਼ਵਾਸ ਦਿਵਾਉਂਦੇ ਆ ਕਿਸਾਨਾਂ ਨੂੰ। ਸਹਿਕਾਰੀ ਖੇਤੀ ਕਰਦੇ ਹਾਂ ਜਾਂ ਉਹਨਾਂ ਨੂੰ ਸਾਖ ਸਹੂਲਤਾਂ ਟਾਈਮ ਨਾਲ ਦਿੰਦੇ ਹਾਂ ਜਾਂ ਉਹਨਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਪ੍ਰੋਵਾਈਡ ਕਰਦੇ ਹਾਂ, ਤਾਂ ਵੀ ਐਗਰੀਕਲਚਰ ਦੀ ਪ੍ਰੋਡਕਟੀਵਿਟੀ ਹੈ ਜਿਹੜੀ, ਉਹਦੀ ਜਿਹੜੀ ਉਤਪਾਦਕਤਾ ਆ ਉਹਦੇ ਵਿੱਚ ਵਾਧਾ ਹੋਏਗਾ। ਨੈਕਸਟ ਜਿਹੜਾ ਟੌਪਿਕ ਅਸੀਂ ਇਹਦੇ ਵਿੱਚ ਕਰਨਾ ਉਹ ਹੈਗਾ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਕਾਰਨ ਕੀ ਆ ਕਿ ਉਹ ਪਿਛੜਿਆ ਹੋਇਆ ਸੈਕਟਰ ਹੈਗਾ। ਐਗਰੀਕਲਚਰ ਸੈਕਟਰ ਬਿਨਾਂ ਸ਼ੱਕ ਆਪਾਂ ਕਿਹਾ ਕਿ ਸਾਡੀ ਪ੍ਰੋਡਕਟੀਵਿਟੀ ਘੱਟ ਆ, ਪ੍ਰੋਡਕਸ਼ਨ ਜ਼ਿਆਦਾ ਆ, ਮਤਲਬ ਏਰੀਆ ਜ਼ਿਆਦਾ ਯੂਜ਼ ਕਰ ਲੈਂਦੇ ਹਾਂ, ਸਾਡੀ ਆਊਟਪੁੱਟ ਜ਼ਿਆਦਾ ਆ ਜਾਂਦੀ ਹੈ, ਪਰ ਜੇ ਆਪਾਂ ਪ੍ਰੋਡਕਟੀਵਿਟੀ ਦੇਖੀਏ ਪਰ ਹੈਕਟੇਅਰ ਉਤਪਾਦਨ ਦੇਖੀਏ ਉਹ ਘੱਟ ਆਉਂਦਾ ਪਿਆ। ਉਹਦੇ ਲਈ ਕਿਹੜੇ ਕਿਹੜੇ ਫੈਕਟਰਸ ਜਿਹੜੇ ਰਿਸਪੋਂਸੀਬਲ ਆ? ਹਿਊਮਨ ਫੈਕਟਰਸ ਆ, ਇੰਸਟੀਟਿਊਸ਼ਨਲ ਫੈਕਟਰ ਆ, ਟੈਕਨੀਕਲ ਫੈਕਟਰ ਆ। ਸਭ ਤੋਂ ਪਹਿਲਾਂ ਹਿਊਮਨ ਫੈਕਟਰਸ ਦੀ ਗੱਲ ਕਰਦੇ ਹਾਂ। ਕਿਹੜੇ ਕਿਹੜੇ ਹਿਊਮਨ ਫੈਕਟਰਸ? ਮਾਨਵੀ ਤੱਤ। ਸਭ ਤੋਂ ਪਹਿਲਾਂ ਇਹ ਆ ਕਿ ਪ੍ਰੈਸ਼ਰ ਆਫ ਪਾਪੂਲੇਸ਼ਨ ਔਨ ਲੈਂਡ। ਸਾਡੀ ਜਿਹੜੀ ਪਾਪੂਲੇਸ਼ਨ ਆ ਉਹਦਾ ਜਿਹੜਾ ਪਾਪੂਲੇਸ਼ਨ ਦਾ ਲੈਂਡ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ। ਸਾਡੀ ਜਿਸ ਤਰ੍ਹਾਂ ਆਪਾਂ ਲਾਸਟ ਲੈਕਚਰਸ ਦੇ ਵਿੱਚ ਹੀ ਗੱਲ ਕਰ ਚੁੱਕੇ ਹਾਂ, ਮੋਰ ਦੈਨ 45% ਪਾਪੂਲੇਸ਼ਨ ਐਗਰੀਕਲਚਰਲ ਸੈਕਟਰ ਦੇ ਵਿੱਚ ਇੰਗੇਜਡ ਹੈਗੀ ਹੈ ਅਤੇ ਕੰਮ ਕਰਦੀ ਹੈ। ਤਾਂ ਉਹ ਸਾਡਾ ਜਿਹੜਾ ਪਾਪੂਲੇਸ਼ਨ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਆ, ਇੰਨੇ ਕੁ ਜ਼ਿਆਦਾ ਲੋਕ ਇੱਥੇ ਕੰਮ ਕਰਦੇ ਆ ਕਿ ਇਹਦੀ ਪ੍ਰੋਡਕਟੀਵਿਟੀ 'ਤੇ ਇਫੈਕਟ ਜਿਹੜਾ ਉਹ ਪੈਂਦਾ ਆ। ਇੰਨੇ ਜ਼ਿਆਦਾ ਲੋਕ ਐਗਰੀਕਲਚਰ 'ਤੇ ਡਿਪੈਂਡੈਂਟ ਆ ਅਤੇ ਉਹਦੇ ਕਰਕੇ ਫਿਰ ਵਾਰ-ਵਾਰ ਡਿਵੀਜ਼ਨ ਹੋਈ ਜਾਂਦੀ ਪਈ ਆ ਲੈਂਡ ਦੀ, ਡਿਵੀਜ਼ਨ ਫਿਰ ਸਬ ਡਿਵੀਜ਼ਨ, ਫਿਰ ਇਸ ਤਰ੍ਹਾਂ ਛੋਟੇ ਛੋਟੇ ਪੀਸ ਜਿਹੜੇ ਹੋਈ ਜਾਂਦੇ ਆ ਜਿਹਦੇ 'ਤੇ ਨਾ ਤਾਂ ਅਸੀਂ ਮਾਡਰਨ ਟੈਕਨੀਕਸ ਯੂਜ਼ ਕਰ ਸਕਦੇ ਹਾਂ, ਪੋਸੀਬਲ ਹੈਗੀਆਂ, ਉਹਨਾਂ ਦੀ ਵਰਤੋਂ ਪੋਸੀਬਲ ਆ, ਨਾ ਸਾਡੇ ਕੋਲ ਇੱਕ ਇੰਡੀਵਿਜੂਅਲ ਦੇ ਕੋਲ ਇੰਨੇ ਕੁ ਹੈਗੇ ਆ ਕਿ ਉਹ ਉਹਨਾਂ ਦੇ ਉੱਤੇ ਕੋਈ ਨਵੀਆਂ ਟੈਕਨੀਕਸ ਜਿਹੜੀਆਂ ਇਨਵੈਸਟ ਕਰ ਸਕੇ, ਕਿ ਨਵੀਆਂ ਟੈਕਨੀਕਸ ਲਿਆਵੇ। ਇੰਨੀ ਕਿ ਉਹਦੇ ਕੋਲ ਲੈਂਡ ਹੀ ਨਹੀਂ ਬਚਦੀ ਕਿਉਂਕਿ ਪਾਪੂਲੇਸ਼ਨ ਦਾ ਪ੍ਰੈਸ਼ਰ ਜ਼ਿਆਦਾ ਹੈ, ਜਿਹਦੇ ਕਰਕੇ ਪ੍ਰੋਡਕਟੀਵਿਟੀ ਘੱਟ ਰਹਿ ਜਾਂਦੀ ਹੈ। ਉਸ ਤੋਂ ਬਾਅਦ ਸੋਸ਼ਲ ਐਟਮੋਸਫੇਅਰ ਬਹੁਤ ਆ ਕਿ ਸਾਡੇ ਜਿਹੜੇ ਲੋਕ ਇਲਿਟਰੇਟ ਆ, ਫਾਰਮਰ ਸਾਡਾ ਇਲਿਟਰੇਟ ਆ, ਫੈਟਲਿਸਟ ਆ, ਕਿਸਮਤਵਾਦੀ ਆ, ਰੂੜੀਵਾਦੀ ਆ, ਅੰਧ ਵਿਸ਼ਵਾਸੀ ਆ, ਨਵੀਆਂ ਟੈਕਨੀਕਸ ਜਦੋਂ ਆਉਂਦੀਆਂ ਉਹਨਾਂ ਨੂੰ ਆਸਾਨੀ ਨਾਲ ਅਸੈਪਟ ਨਹੀਂ ਕਰਦਾ, ਜਿਹਦੇ ਕਰਕੇ ਪ੍ਰੋਡਕਟੀਵਿਟੀ ਘੱਟ ਰਹਿ ਜਾਂਦੀ ਹੈ। ਨੈਕਸਟ ਹੈਗੇ ਇੰਸਟੀਟਿਊਸ਼ਨਲ ਸੰਸਥਾਗਤ ਜਿਹੜੇ ਤੱਤ ਜਿਹੜੇ ਰਿਸਪੋਂਸੀਬਲ ਆ ਲੋ ਐਗਰੀਕਲਚਰਲ ਪ੍ਰੋਡਕਟੀਵਿਟੀ ਲਈ। ਸਮਾਲ ਸਾਈਜ਼ ਆਫ ਫਾਰਮ, ਜਿਸ ਤਰ੍ਹਾਂ ਫਾਰਮ ਦਾ ਸਾਈਜ਼ ਲਗਾਤਾਰ ਰਿਡਵੀਜ਼ਨ ਹੋਈ ਜਾਂਦੀ ਪਈ ਆ ਅੱਗੇ ਅਤੇ ਅੱਗੇ, ਅਤੇ ਉਹਦੇ ਨਾਲ ਫਾਰਮ ਦਾ ਸਾਈਜ਼ ਸਮਾਲ ਹੁੰਦਾ ਪਿਆ, ਜੇ ਤੇ ਮਾਡਰਨ ਟੈਕਨੀਕਸ ਦੀ ਵਰਤੋਂ ਹੀ ਪੋਸੀਬਲ ਨਹੀਂ ਆ। ਉਸ ਤੋਂ ਬਾਅਦ ਲੈਂਡ ਟਨਿਓਰ ਸਿਸਟਮ ਵੀ ਆ ਕਿ ਸਾਡੀ ਜ਼ਿਮੀਂਦਾਰੀ ਪ੍ਰਥਾ ਪਹਿਲਾਂ ਰਹੀ ਆ ਅਤੇ ਜ਼ਮੀਨ ਦਾ ਮਾਲਕ ਕੋਈ ਹੋਰ ਹੁੰਦਾ ਸੀ, ਉਸ ਖੇਤ ਨੂੰ ਵਾਹੁੰਦਾ ਕੋਈ ਹੋਰ ਹੁੰਦਾ ਸੀ। ਇਹਨਾਂ ਕਾਰਨਾਂ ਕਰਕੇ ਵੀ ਸਾਡੇ ਜਿਹੜੀ ਪ੍ਰੋਡਕਟੀਵਿਟੀ ਆ ਉਹ ਘੱਟ ਰਹਿ ਜਾਂਦੀ ਹੈ। ਦੈਨ ਟੈਕਨੀਕਲ ਫੈਕਟਰਸ, ਤਕਨੀਕੀ ਤੱਤ, ਇਹਦੇ ਵਿੱਚ ਕਿ ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਪਰ ਨਹੀਂ ਹੈਗੀਆਂ। ਐਗਰੀਕਲਚਰ ਦੇ ਵਿੱਚ ਜਿਹੜੀਆਂ ਟੈਕਨੀਕਸ ਆ ਪ੍ਰੋਡਕਸ਼ਨ ਦੀਆਂ ਉਹ ਪੁਰਾਣੀਆਂ ਆ, ਪੁਰਾਣੇ ਢੰਗ ਪੁਰਾਣੇ ਆ, ਤਰੀਕੇ ਪੁਰਾਣੇ ਹੈਗੇ ਆ, ਜੰਤਰ ਪੁਰਾਣੇ ਆ, ਜੰਤਰ ਪੁਰਾਣੇ ਹੈਗੇ ਆ। ਉਸ ਤੋਂ ਬਾਅਦ ਜਿਹੜੇ ਹਾਈ ਜੀਲਡ ਵੈਰਾਈਟੀ ਸੀਡਸ ਹੁੰਦੇ, ਨਵੇਂ ਸੀਡਸ ਆ ਜਿਹੜੇ HYV ਸੀਡ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹ ਕਾਫੀ ਮਾਤਰਾ 'ਚ ਅਵੇਲੇਬਲ ਨਹੀਂ ਆ। ਖਾਦਾਂ ਦੀ ਘਾਟ ਪਾਈ ਜਾਂਦੀ ਪਈ ਆ, ਅਤੇ ਸਾਰਾ ਕੁਛ ਜੇ ਹੋ ਵੀ ਜਾਵੇ, ਸਾਰਾ ਕੁਛ ਇੰਪਰੂਵ ਵੀ ਹੋਵੇ, ਤਾਂ ਮਾਰਕੀਟਿੰਗ ਜਿਹੜੀ ਆ ਉਹ ਪ੍ਰੋਪਰ ਨਹੀਂ ਹੁੰਦੀ ਐਗਰੀਕਲਚਰ ਪ੍ਰੋਡਕਟਸ ਦੀ। ਫਿਰ ਜੇ ਐਗਰੀਕਲਚਰਲ ਪ੍ਰੋਡਕਟਸ ਨੂੰ ਕੋਈ ਚੂਹੇ, ਕੋਈ ਬਿਮਾਰੀਆਂ ਲੱਗ ਜਾਂਦੀਆਂ, ਪੈਸਟ ਕੰਟਰੋਲ ਸਾਡੇ ਕੋਲ ਨਹੀਂ ਆ। ਉਸ ਤੋਂ ਬਾਅਦ ਕੈਟਲ ਜਿਹੜੇ ਅਸੀਂ ਯੂਜ਼ ਕਰਦੇ ਹਾਂ ਉਹ ਵੀਕ ਹੈਗੇ ਆ। ਸੋਇਲ ਜਿਹੜੀ ਆ ਉਹ ਸਾਰੀ ਜਗ੍ਹਾ 'ਤੇ ਸੋਇਲ ਆ ਜਿਹੜੀ ਸਾਰੀ ਜਗ੍ਹਾ 'ਤੇ ਵਧੀਆ ਨਹੀਂ ਆ, ਕਿਤੇ ਸਿੱਲ ਪਾਈ ਜਾਂਦੀ, ਕਿਤੇ ਨਾਈਟ੍ਰੋਜਨ ਦੀ ਕਮੀ ਪਾਈ ਜਾਂਦੀ, ਕਿਤੇ ਮੋਇਸਚਰ ਦੀ ਕਮੀ ਹੈਗੀ ਆ। ਉਸ ਤੋਂ ਬਾਅਦ ਕ੍ਰੈਡਿਟ ਫੈਸਿਲਿਟੀਜ਼ ਆ ਜਿਹੜੀਆਂ ਉਹ ਵੀ ਪ੍ਰੋਪਰ ਪ੍ਰੋਵਾਈਡ ਨਹੀਂ ਹੁੰਦੀਆਂ, ਬੈਂਕਾਂ ਦੀਆਂ ਬ੍ਰਾਂਚਿਸ ਹੁੰਦੀਆਂ ਨਹੀਂ ਆ। ਉਸ ਤੋਂ ਬਾਅਦ ਇਲੈਕਟ੍ਰੀਸਿਟੀ ਵੀ ਪ੍ਰੋਪਰ ਜਿਹੜੀ ਆ ਉਹ ਨਹੀਂ ਮਿਲਦੀ ਪਈ। ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਕਮਿਊਨੀਕੇਸ਼ਨ ਇਨਫਰਾਸਟਰਕਚਰ ਆ, ਸੰਚਾਰ ਦੇ ਸਾਧਨ ਆ, ਉਹ ਵੀ ਕਾਫੀ ਮਾਤਰਾ ਦੇ ਵਿੱਚ ਨਹੀਂ ਹੈਗੇ, ਮਤਲਬ ਕਾਫੀ ਨਹੀਂ ਹੈਗੇ। ਅਤੇ ਇਹਨਾਂ ਸਾਰੇ ਕਾਰਨਾਂ ਦੇ ਕਰਕੇ ਵੀ ਐਗਰੀਕਲਚਰ ਦੀ ਜਿਹੜੀ ਪ੍ਰੋਡਕਟੀਵਿਟੀ ਆ ਉਹ ਘੱਟ ਰਹਿ ਜਾਂਦੀ ਹੈ। ਫਿਰ ਵੀ ਅਸੀਂ ਬੇਸ਼ੱਕ ਸਾਨੂੰ ਪਤਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਕਮੀਆਂ, ਫਿਰ ਵੀ ਆਪਾਂ ਇੰਪਰੂਵ ਤਾਂ ਉਹਨਾਂ 'ਚ ਕਰ ਸਕਦੇ ਹਾਂ ਨਾ। ਰੈਮੀਡੀਜ਼ ਕੀ ਹੈਗੀਆਂ, ਆਪਾਂ ਕੀ ਸੁਜੈਸ਼ਨਸ ਦੇਵਾਂਗੇ ਕਿ ਜਿਹੜੀ ਐਗਰੀਕਲਚਰ ਦੀ ਬੈਕਵਰਡਨੈਸ ਆ ਉਹ ਖਤਮ ਹੋ ਜਾਏ, ਐਗਰੀਕਲਚਰ ਦੇ ਵਿੱਚ ਜਿਹੜੀ ਪ੍ਰੋਡਕਟੀਵਿਟੀ ਆ ਉਹ ਵੱਧ ਜਾਏ। ਸਭ ਤੋਂ ਪਹਿਲਾਂ ਤਾਂ ਪਾਪੂਲੇਸ਼ਨ ਦਾ ਦਬਾਅ ਜਿਹੜਾ ਪ੍ਰੈਸ਼ਰ ਆ ਪਾਪੂਲੇਸ਼ਨ ਦਾ ਉਹ ਘਟਾਇਆ ਜਾਵੇ, ਅਤੇ ਇਹਦੇ ਲਈ ਜ਼ਰੂਰੀ ਹੈ ਕਿ ਹੋਰ ਐਗਰੀਕਲਚਰਲ ਸੈਕਟਰ ਤੋਂ ਬਿਨਾਂ ਇੰਡਸਟਰੀ ਦੇ ਵਿੱਚ, ਟਰਸ਼ਰੀ ਸੈਕਟਰ ਦੇ ਵਿੱਚ ਵਾਧਾ ਹੋਵੇ, ਇਰੀਗੇਸ਼ਨ ਫੈਸਿਲਿਟੀਜ਼ ਦੇ ਵਿੱਚ ਵਾਧਾ ਹੋਵੇ। ਉਸ ਤੋਂ ਬਾਅਦ ਮੈਕੇਨਾਈਜੇਸ਼ਨ ਹੋਵੇ, ਨਵੇਂ ਯੰਤਰ ਬਣਾਏ ਜਾਣ ਐਗਰੀਕਲਚਰ ਦੇ ਲਈ, ਅਤੇ ਉਹਨਾਂ ਦੀ ਮੁਰੰਮਤ ਦਾ ਵੀ ਪੂਰਾ ਪ੍ਰਬੰਧ ਹੋਵੇ। ਸਾਇੰਟੀਫਿਕ ਕਲਟੀਵੇਸ਼ਨ ਹੋਵੇ ਕਿ ਕ੍ਰੌਪ ਰੋਟੇਸ਼ਨ ਜਿਹੜੀ ਆ ਪ੍ਰੋਪਰ ਅਪਣਾਈ ਜਾਵੇ, ਚੰਗੀ ਕੁਆਲਿਟੀ ਦੇ ਸੀਡ ਵਰਤੇ ਜਾਣ, ਚੰਗੀ ਕੁਆਲਿਟੀ ਦੀਆਂ ਖਾਦਾਂ ਵਰਤੀਆਂ ਜਾਣ। ਕ੍ਰੈਡਿਟ ਫੈਸਿਲਿਟੀ, ਕਿਉਂਕਿ ਇਹ ਨਹੀਂ ਹੈ ਕਿ ਸਿਰਫ ਇੰਡਸਟਰੀ ਨੂੰ, ਐਗਰੀਕਲਚਰ ਨੂੰ ਵੀ ਲੋਨ, ਕ੍ਰੈਡਿਟ ਫੈਸਿਲਿਟੀਜ਼ ਦੀ ਲੋੜ ਹੁੰਦੀ ਹੈ, ਪੈਸੇ ਦੀ ਲੋੜ ਹੁੰਦੀ, ਫਾਈਨਾਂਸ ਦੀ ਲੋੜ ਹੁੰਦੀ ਹੈ, ਉਹ ਠੀਕ ਟਾਈਮ 'ਤੇ ਪ੍ਰੋਵਾਈਡ ਕੀਤਾ ਜਾਵੇ। ਲੈਂਡ ਰਿਫੋਰਮਸ ਲਿਆਏ ਜਾਣ, ਜ਼ਿਮੀਂਦਾਰੀ ਪ੍ਰਣਾਲੀ ਨੂੰ ਖ਼ਤਮ ਕਰਕੇ ਜ਼ਮੀਨ ਅਸਲ ਕਾਸ਼ਤਕਾਰ ਨੂੰ ਮਿਲੇ, ਅਤੇ ਜਿਹੜੀ ਸੀਲਿੰਗ ਆ ਉਹ ਪ੍ਰੋਪਰ ਹੋਵੇ, ਅਤੇ ਜਿਹੜੀ ਬੇਕਾਰ ਪਈ ਲੈਂਡ ਆ ਉਹ ਵੀ ਖੇਤੀਯੋਗ ਬਣਾਈ ਜਾਵੇ।
ਉਸ ਤੋਂ ਬਾਅਦ ਟੈਨੈਂਸੀ ਰਿਫੋਰਮਸ ਵੀ ਲਿਆਂਦੇ ਜਾਣ। ਕਾਸ਼ਤਕਾਰ ਦਾ ਲਗਾਨ ਨਿਸ਼ਚਿਤ ਹੋਵੇ। ਲਗਾਨ ਜਦ ਕਿਸਾਨ ਲਗਾਨ ਦਿੰਦੇ ਰਹਿਣ ਤਾਂ ਉਹਨਾਂ ਨੂੰ ਬੇਦਖਲ ਨਾ ਕੀਤਾ ਜਾਵੇ ਲੈਂਡ ਦੇ ਵਿੱਚੋਂ। ਅਤੇ ਉਸ ਤੋਂ ਬਾਅਦ ਐਗਰੀਕਲਚਰ ਪ੍ਰੋਡਕਟਸ ਦੀ ਮਾਰਕੀਟਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਜੇ ਮਾਰਕੀਟਿੰਗ ਪ੍ਰੋਪਰ ਹੋਏਗੀ ਤਾਂ ਵੀ ਪ੍ਰੋਡਕਟਿਵਿਟੀ ਦੇ ਵਿੱਚ ਇੰਪਰੂਵਮੈਂਟ ਆਏਗੀ। ਮਿਕਸਡ ਫਾਰਮਿੰਗ ਹੋਵੇ ਕਿ ਆਪਾਂ ਡੇਅਰੀ ਫਾਰਮਿੰਗ ਵੀ ਕਰੀਏ, ਆਪਾਂ ਬੀ ਕੀਪਿੰਗ ਵੀ ਕਰੀਏ, ਆਪਾਂ ਵੈਜੀਟੇਬਲਸ ਵੀ ਉਗਾਈਏ, ਆਪਾਂ ਫਰੂਟਸ ਵੀ ਉਗਾਈਏ, ਅਤੇ ਜਿਹਦੇ ਨਾਲ ਕਿਸਾਨ ਦੀ ਜਿਹੜੀ ਫਾਈਨਾਂਸ ਦੀ ਜਿਹੜੀ ਉਹਦੀ ਜ਼ਰੂਰਤਾਂ ਉਹ ਪੂਰੀਆਂ ਹੋਣ, ਉਹਦੀ ਜਿਹੜੀਆਂ ਪੈਸੇ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਅਤੇ ਉਹਨੂੰ ਫਾਈਨਾਂਸ ਦੀ ਪ੍ਰੋਬਲਮ ਨਾ ਆਵੇ। ਉਸ ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ। ਖੇਤੀ ਖੇਤਰ ਦੇ ਵਿੱਚ ਨਵੀਂ ਜਾਂਚ ਹੋਵੇ, ਨਵੀਆਂ ਖੋਜਾਂ ਹੋਣ, ਨਵੇਂ ਯੰਤਰ ਹੋਣ ਅਤੇ ਉਹਨਾਂ ਦੀ ਸਿਖਲਾਈ ਵੀ ਹੋਵੇ। ਉਸ ਤੋਂ ਬਾਅਦ ਬਰੀਡ ਆਫ ਲਾਈਫ ਸਟਾਕਸ ਹੈ ਜਿਹੜੀ ਆ ਪਸ਼ੂਆਂ ਦੀ ਨਸਲਾਂ ਦੇ ਵਿੱਚ ਵੀ ਸੁਧਾਰ ਹੋਵੇ, ਉਹਨਾਂ ਨੂੰ ਬਿਮਾਰੀਆਂ ਘੱਟ ਲੱਗਣ, ਉਹਨਾਂ ਦੀ ਉਤਪਾਦਕਤਾ ਜ਼ਿਆਦਾ ਹੋਵੇ। ਰਿਡਕਸ਼ਨ ਇਨ ਦੀ ਰਿਸਕ ਆਫ ਫਾਰਮਰਸ ਦੇ ਜਿਹੜੇ ਹੜ੍ਹ, ਸੋਕਾ, ਬਿਮਾਰੀਆਂ, ਟਿੱਡੀਆਂ ਦਲ ਦਾ ਹਮਲਾ ਇੱਦਾਂ ਦੇ ਜਿਹੜੇ ਹੁੰਦੇ ਆ ਜਿਹਦੇ ਕਰਕੇ ਫਾਰਮਰਸ ਨੂੰ ਬਹੁਤ ਰਿਸਕ ਆ, ਇਹਨਾਂ ਦੇ ਵਿੱਚ ਕਮੀ ਹੋਵੇ। ਅਤੇ ਸਮਾਲ ਫਾਰਮਰ ਦੀ ਨਵੇਂ HYV ਸੀਡਸ ਦੇ ਨਾਲ ਨਵੀਆਂ ਉਤਪਾਦਨ ਦੀਆਂ ਤਕਨੀਕਸ ਨੂੰ ਲੈਣ ਦੇ ਵਿੱਚ ਹੈਲਪ ਕੀਤੀ ਜਾਵੇ। ਪ੍ਰਾਈਸ ਸਟੇਬਿਲਿਟੀ ਹੋਵੇ, ਸਭ ਤੋਂ ਵੱਡੀ ਗੱਲ ਤਾਂ ਪ੍ਰਾਈਸ ਸਟੇਬਿਲਿਟੀ ਹੋਵੇ। ਜੇ ਪ੍ਰਾਈਸ ਸਟੇਬਲ ਹੋਏਗਾ ਤਾਂ ਵੀ ਫਾਰਮਰ ਆ ਜਿਹੜਾ ਉਹ ਦੀ ਪ੍ਰੋਡਕਟਿਵਿਟੀ ਦੇ ਵਿੱਚ ਵਾਧਾ ਹੋਏਗਾ। ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਐਫੀਸ਼ੀਐਂਟ ਹੋਵੇ, ਯੋਜਨਾਵਾਂ ਸਹੀ ਟਾਈਮ 'ਤੇ ਆਉਣ। ਪਬਲਿਕ ਇਨਵੈਸਟਮੈਂਟ ਹੈ ਜਿਹੜੀ ਉਹ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੀਤੀ ਜਾਵੇ। ਇਹ ਨਹੀਂ ਕਿ ਪ੍ਰਾਈਵੇਟ ਸੈਕਟਰ ਹੀ ਆ, ਉਹਦੇ ਵਿੱਚ ਭੰਡਾਰੀਕਰਨ ਦੇ ਵਿੱਚ, ਨਵੀਆਂ ਖੋਜਾਂ ਦੇ ਵਿੱਚ, ਉਹਦੀਆਂ ਵੇਅਰ ਹਾਊਸ ਫੈਸਿਲਿਟੀਜ਼ ਜਿਹੜੀਆਂ ਉਹਨਾਂ ਨੂੰ ਭੰਡਾਰੀਕਰਨ ਲਈ ਸਹੂਲਤਾਂ ਉਪਲਬਧ ਕਰਾਉਣੀਆਂ, ਇਰੀਗੇਸ਼ਨ ਦੀਆਂ ਜਿਹੜੀਆਂ ਸਿੰਚਾਈ ਸਹੂਲਤਾਂ ਉਪਲਬਧ ਕਰਵਾਉਣੀਆਂ, ਜਾਂ ਫਿਰ ਜਿਹਨੂੰ ਅਸੀਂ ਭੂ ਪਰਖ ਕਹਿੰਦੇ ਹਾਂ, ਮਿੱਟੀ ਨਿਰੀਖਣ ਸੁਵਿਧਾਵਾਂ ਜਿਹੜੀਆਂ ਉਹ ਸਾਰੀਆਂ ਸਰਕਾਰੀ ਪ੍ਰੋਵਾਈਡ ਕੀਤੀਆਂ ਜਾਣ। ਉਸ ਤੋਂ ਬਾਅਦ ਕਾਰਪੋਰੇਸ਼ਨ ਆਫ ਐਗਰੀਕਲਚਰ ਹੈ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਬਹੁਤ ਵੱਡੀ ਖੇਤੀ ਫਰਮਾਂ, ਇਸ ਦੇ ਅੰਤਰਗਤ ਨਿਗਮਤ ਇਕਾਈਆਂ ਬਹੁਤ ਵੱਡੀ ਖੇਤੀ ਫਰਮਾਂ 'ਤੇ ਖੇਤੀ ਕਰਦੀਆਂ। ਖੇਤੀ ਦੇ ਨਿਗਮਤੀਕਰਨ ਕਾਰਨ ਖੇਤੀ ਖੇਤਰ ਵਿੱਚ ਪੂੰਜੀ ਦਾ ਪ੍ਰਵਾਹ ਵਧੂਗਾ, ਜਿਹਦੇ ਕਰਕੇ ਉਹ ਉਤਪਾਦਕਤਾ ਦੇ ਵਿੱਚ ਵਾਧਾ ਹੋਏਗਾ। ਅਤੇ ਇਸ ਤੋਂ ਇਲਾਵਾ ਹੋਰ ਸੁਝਾਅ ਇਹ ਆ ਕਿ ਸਬਜ਼ੀਆਂ ਦੀ ਜੇ ਕੋਈ ਖੇਤੀ ਕਰਦਾ ਤਾਂ ਉਹਨੂੰ ਉਹਦਾ ਪੂਰਾ ਰੇਟ ਮਿਲੇ, ਸਬਜ਼ੀਆਂ ਦੀ ਉਤਪਾਦਕਤਾ ਵਧੇ, ਫਲਾਂ ਦੇ ਵਿੱਚ ਵੀ ਉਹਨਾਂ ਨੂੰ ਪੂਰਾ ਰੇਟ ਮਿਲੇ, ਉਦਾਰੀਕਰਨ ਦੀਆਂ ਨੀਤੀਆਂ ਹੋਣ, ਅਤੇ ਖੇਤੀ ਖੇਤਰ ਵਿੱਚ ਸਰਕਾਰ ਰਾਹੀਂ ਲਗਾਈਆਂ ਜਗਾਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਉਹ ਘੱਟ ਹੋਣ। ਜੇ ਇਹ ਸਾਰੇ ਸੁਝਾਵਾਂ ਦੇ ਉੱਤੇ ਆਪਾਂ ਅਮਲ ਕਰ ਲਾਂਗੇ, ਇਹ ਸਾਰੇ ਸੁਝਾਅ ਸੱਚੀ ਇੰਪਲੀਮੈਂਟ ਹੋ ਜਾਣਗੇ ਤਾਂ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੀ ਪ੍ਰੋਡਕਟਿਵਿਟੀ ਆ ਉਹਦੇ ਵਿੱਚ ਵਾਧਾ ਹੋ ਸਕਦਾ ਹੈ ਅਤੇ ਸਾਡਾ ਐਗਰੀਕਲਚਰ ਜਿਹੜਾ ਉਹ ਮਾਡਰਨਾਈਜ਼ ਹੋ ਸਕਦਾ ਹੈ। ਥੈਂਕ ਯੂ।